ਐਟ ਏ ਟਾਈਮ ਜੀ ਕਾਲਜ ਵਿੱਚ ਵੀ ਪੜ੍ਹਾਉਂਦਾ ਸੀ, ਪ੍ਰੋਫੈਸਰ ਸੀ ਜੀ। ਮਹੱਲੇ ਜਿਹੜੇ 'ਚ ਮੈਂ ਰਹਿੰਦਾ ਸੀ, ਜੀ। ਦਾਰੁਲ ਫਜ਼ਲ ਹਾਂਜੀ ਰੱਬਾ ਦਾ ਮਹੱਲਾ ਹੈ, ਜੀ ਜੀ। ਇਹ ਪਹਿਲੇ ਹਿੱਸਾ ਸੀ ਦਾਰੁਲ ਸਦਰ ਠੀਕ ਦਾ। ਠੀਕ ਹੈ ਸਦਰ ਕੋ ਇਹ ਅਲੱਗ ਨਹੀਂ ਸੀ ਮਹੱਲਾ, ਉਹਦਾ ਜੀ। ਇੱਕ ਹਲਕਾ ਸੀ ਜੀ ਦਾਰੁਲ ਸਦਰ ਦਾ ਜੀ। ਹਾਂਜੀ ਸ਼ਮਾਲੀ। 69 ਦੇ ਵਿੱਚ ਇਹ ਦਾਰੁਲ ਫਜ਼ਲ ਜਿਹੜਾ ਇਹਨੂੰ ਜਮਾਤ ਨੇ ਅਲੱਗ ਕੀਤਾ ਦਾਰੁਲ ਸਦਰ ਨਾਲੋਂ। ਠੀਕ। ਔਰ ਉਹਦਾ ਪਹਿਲਾ ਸਦਰ ਜਿਹੜਾ ਸੀ ਉਹ ਮੈਨੂੰ ਨਾਮਜ਼ਦ ਕੀਤਾ ਉਸ ਇਹ 69 ਦੀ ਗੱਲ 69 ਦੀ। ਠੀਕ ਹੋ ਗਿਆ, ਕਿਉਂਕਿ ਮੇਰੀ ਰਿਹਾਇਸ਼ ਉਸ ਮਹੱਲੇ ਸੀ, ਘਰ ਸੀ ਉੱਥੇ ਸੀ। ਅੱਛਾ ਅੱਛਾ ਤੇ ਉਹ ਮੈਨੂੰ ਪਹਿਲਾ ਸਦਰ ਜਮਾਤ ਨੇ ਮੁਕਰਰ ਕੀਤਾ। ਠੀਕ। ਚੁਨਾਂਚੇ 69 ਤੋਂ ਲੈ ਕੇ ਤੇ ਮੈਂ ਫਿਰ 91 ਤੱਕ ਉਸ ਮਹੱਲੇ ਦਾ ਸਦਰ ਰਿਹਾ। ਇਹ ਤੋਂ 22 ਸਾਲ ਬਣ ਗਏ ਹਾਂਜੀ, ਤਕਰੀਬਨ। ਸਹੀ ਸਹੀ। ਤੇ ਨਾਲ ਨਾਲ ਮੈਂ ਪੂਰੇ ਰਬਾ ਦਾ ਨਾਇਬ ਸਦਰ ਅਮੂਮੀ ਵੀ ਸੀ। ਅੱਛਾ। ਨਾਇਬ ਡਿਪਟੀ ਜਨਰਲ ਪ੍ਰੈਜ਼ੀਡੈਂਟ ਜਿਹਨੂੰ ਜੀ ਜੀ। ਉਹ ਹਕੀਮ ਖੁਰਸ਼ੀਦ ਜੁਨਾਨੀ, ਹਕੀਮ ਖੁਰਸ਼ੀਦ ਜੁਨਾਨੀ ਸਾਹਿਬ ਦੇ ਨਾਲ। ਠੀਕ ਠੀਕ। ਹਕੀਮ ਖੁਰਸ਼ੀਦ ਸਾਹਿਬ ਦੇ ਨਾਲ ਮੈਂ ਲੰਬਾ ਅਰਸਾ ਕੰਮ ਕੀਤਾ। ਉਹ ਸਦਰ ਅਮੂਮੀ ਸਨ, ਮੈਂ ਨਾਇਬ ਸਦਰ ਅਮੂਮੀ ਸੀ। ਇਤਫਾਲ ਹੁੰਦਿਆਂ ਜਦੋਂ ਤੁਸੀਂ ਤਿਫਲ ਸੋ, ਹਾਂਜੀ ਹਾਂਜੀ, ਉਸ ਟਾਈਮ ਵੀ ਤੁਹਾਨੂੰ ਕੋਈ ਯਾਦ ਹੈ ਵੇ ਕਿ ਮਤਲਬ ਜਿਹੜਾ ਇਤਫਾਲ ਦੌਰ ਦੇ ਵਿੱਚ ਜਿਵੇਂ ਮੁੰਤਜ਼ਮ ਇਤਫਾਲ ਜਾਂ ਇਤਫਾਲ ਦਫ਼ਤਰ ਜਾਂ ਉਹ ਤਾਂ ਫਿਰ ਇਹ ਨੇ ਕਿ ਖੁਦਾਮੁਲ ਅਹਿਮਦੀਆ ਦਾ ਮੈਂਬਰ ਜਦੋਂ ਸੀ ਮੈਂ, ਜੀ ਜੀ, ਮਰਕਜ਼ੇ ਆਮਲਾ ਮਰਕਜ਼ੀਆ ਦਾ, ਜੀ ਜੀ, ਉੱਥੇ ਮੈਨੂੰ ਸ਼ੁਭਾ ਉਹਨਾਂ ਨੇ ਇਤਫਾਲ ਦਾ ਦਿੱਤਾ ਸੀ। ਅੱਛਾ। ਮੁਹਤਮਮ ਇਤਫਾਲ ਪਾਕਿਸਤਾਨ ਮਰਕਜ਼ੀ ਇਤਫਾਲ ਪਾਕਿਸਤਾਨ ਦਾ ਮਰਕਜ਼ੀ ਦਾ। ਠੀਕ ਠੀਕ ਠੀਕ। ਮਰਕਜ਼ੀ ਠੀਕ ਹੋ ਗਿਆ। ਤੇ ਉਹਦੇ ਵਿੱਚ ਬਾਅਦ ਵਿੱਚ ਮੈਨੂੰ ਯਾਦ ਹੈ ਕਿ ਇੱਕ ਦੋਸਤ ਨੇ ਜਿਹੜਾ ਮੁਹਤਮਮ ਇਤਫਾਲ ਬਣਿਆ, ਹਾਂ, ਕਾਫੀ ਸਾਲਾਂ ਬਾਅਦ ਦੀ ਗੱਲ ਹੈ। ਅੱਛਾ। ਉਹਦਾ ਮੈਨੂੰ ਫੋਨ ਗਿਆ ਕੈਨੇਡਾ। ਠੀਕ। ਕਿ ਆਮ ਤੌਰ ਦੇ ਉੱਤੇ ਮੈਂ ਫਰਿਸ਼ਤੇ ਪੜ੍ਹੀਏ ਜੀ, ਤੇ ਸ਼ੁਬੇ ਦੇ ਜਿਹੜੇ ਮੁਹਤਮਮ ਹੁੰਦੇ ਨੇ ਖੁਦਾਮੁਲ ਅਹਿਮਦੀਆ ਮਰਕਜ਼ੀ ਜੀ, ਉਹ ਕੋਈ 1 ਸਾਲ ਕੋਈ 2 ਸਾਲ ਰਿਹਾ ਇੱਕ ਸ਼ੁਬੇ ਦਾ। ਠੀਕ ਹੈ। ਤੁਸੀਂ 4 ਸਾਲ ਮੁਸਲਸਲ ਇਤਫਾਲ ਦੇ ਸ਼ੁਬੇ ਦੇ ਮੁਹਤਮਮ ਰਹੇ ਹੋ। ਅੱਛਾ। ਇਹਦੀ ਕੀ ਵਜ੍ਹਾ ਸੀ? ਅੱਛਾ। 4 ਸਾਲ ਮੁਸਲਸਲ। ਠੀਕ। ਵਰਨਾ ਆਮ ਤੌਰ ਤੇ 1 ਸਾਲ ਜਾਂ 2 ਸਾਲ ਠੀਕ ਹੈ ਇੱਕ ਸ਼ੁਬੇ ਦੇ ਇੰਚਾਰਜ ਰਹਿ ਕੇ ਫਿਰ ਬਦਲ ਦਿੰਦਾ ਸੀ, ਸ਼ੁਬਾ ਬਦਲ ਦਿੰਦੇ ਸਨ। ਠੀਕ। ਮੈਂ ਕਿਹਾ ਮੈਂ ਜਿਹੜੀ ਸਮਝਣਾ ਉਹ ਇਹ ਹੈ ਕਿ ਮੇਰੇ ਮੁਹਤਮਮ ਇਤਫਾਲ ਹੋਣ ਦੇ ਦੌਰਾਨ ਜਿਹੜੇ ਮਰਕਜ਼ ਦਾ ਜਦੋਂ ਇਜਤਮਾ ਹੁੰਦਾ ਸੀ, ਖੁਦਾਮੁਲ ਅਹਿਮਦੀਆ ਮਰਕਜ਼ੀਆ ਦਾ ਮਰਕਜ਼ੀ ਇਜਤਮਾ, ਸਾਲਾਨਾ ਇਜਤਮਾ, ਉਹਦੇ ਤੇ ਪਹਿਲੇ ਥੋੜੀਆਂ ਜਮਾਤਾਂ ਦੇ ਇਤਫਾਲ ਜਿਹੜੀ ਸੀ ਉਹ ਸ਼ਿਰਕਤ ਕਰਦੇ ਸੀ। ਮੇਰੇ 4 ਸਾਲ ਇਤਫਾਲ ਦੇ ਦੌਰਾਨ ਉਹ ਕਾਫੀ ਤਾਦਾਦ बढ़ ਗਈ ਇਤਫਾਲ ਦੀ। ਅੱਛਾ। ਮਜਾਲਿਸ ਦੀ ਵੀ ਠੀਕ, ਤੇ ਤਾਦਾਦ ਵੀ ਠੀਕ, ਇਤਫਾਲ ਦੀ ਬਹੁਤ ਜ਼ਿਆਦਾ बढ़ ਗਈ। ਅੱਛਾ। ਤੇ ਉਹਦੀ ਇਹ ਵਜ੍ਹਾ ਸੀ ਕਿ ਉਹਨਾਂ ਨੇ ਮੈਨੂੰ ਫਿਰ ਮੁਸਲਸਲ 4 ਸਾਲ ਮੁਹਤਮਮ ਇਤਫਾਲ ਰੱਖਿਆ। ਠੀਕ ਠੀਕ। ਇਹ ਵਜ੍ਹਾ ਸੀ ਉਹਦੀ ਇੰਨੇ ਸਾਲ ਮੁਸਲਸਲ 4 ਸਾਲ ਹੋਣ ਦੀ। ਅੱਛਾ। ਉਹਦੇ ਦੌਰਾਨ ਮਜਲਿਸ ਇਤਫਾਲ ਨੇ ਬੜੀ ਤਰੱਕੀ ਕੀਤੀ ਸੀ। ਤੁਹਾਨੂੰ ਇੱਕ ਵਾਕਿਆ ਯਾਦ ਹੈ, ਮੈਨੂੰ ਕਿਸੇ ਨੇ ਸੁਣਾਇਆ ਸੀ, ਸ਼ਾਇਦ ਤੁਹਾਨੂੰ ਮਤਲਬ ਹੁਣ ਯਾਦ ਆਏ ਨਾ ਆਏ। ਇੱਕ ਗਰਦੇਜ਼ੀ ਸਾਹਿਬ ਹੁੰਦੇ ਸਨ ਦਾਰੂ, ਗਰਦੇਜ਼ੀ ਸਾਹਿਬ, ਗਰਦੇਜ਼ੀ, ਉਹ ਮੈਨੂੰ ਮਿਲੇ ਇੱਥੇ ਇੱਕ ਕਬਰ ਤਦਫੀਨ ਦੇ ਮੌਕੇ 'ਤੇ ਮੈਨੂੰ ਸਪੈਸ਼ਲ ਪੁੱਛਣ ਲੱਗੇ ਕਿ ਤੁਸੀਂ ਉਹਨਾਂ ਦੇ ਬੇਟੇ ਹੋ। ਮੈਂ ਕਿਹਾ ਜੀ। ਕਹਿਣ ਲੱਗੇ ਜੀ ਮੈਨੂੰ ਇੱਕ ਵਾਕਿਆ ਯਾਦ ਹੈ ਆਪਣੇ, ਮੈਂ ਉਦੋਂ ਤਿਫਲ ਸਾਂ। ਅੱਛਾ। ਤੇ ਤੁਹਾਡੇ ਵਾਲਦ ਸਾਹਿਬ ਜਿਹੜੇ ਸਨ ਨਾ, ਉਹ ਸਾਡੇ ਇੰਚਾਰਜ ਸਨ ਦਾਰੁਲ ਸਦਰ ਵਾਲੇ ਜਿਹੜੇ ਰੀਜਨ ਦੇ, ਤੇ ਕੋਈ ਰਵਾ ਸਾਰੇ ਦਾ ਇਜਤਮਾ ਸੀ, ਤੇ ਉੱਥੇ ਇਜਤਮਾ ਦੇ ਉੱਤੇ ਸੁਬਾਹ ਜਲਦੀ ਲੈ ਕੇ ਬੱਚਿਆਂ ਨੂੰ ਪਹੁੰਚਣਾ ਸੀ। ਤੇ ਜਿਹੜੇ ਸਾਡੇ ਹਲਕੇ ਦੇ ਨੇ ਨਾ ਤਫਾਲ, ਇਹ ਉਹਨਾਂ 'ਚ ਸ਼ਾਮਲ ਸਨ ਜਿਹੜੇ ਉੱਥੇ ਟਾਈਮ ਦੇ ਨਾਲ ਪਹੁੰਚੇ ਰਵਾ 'ਚ, ਬਾਕੀ ਲੇਟ ਆਏ ਮਤਲਬ ਸ਼ੁਰੂ। ਤੇ ਜਿਹੜੇ ਸਨ ਨਾ ਹਜ਼ੂਰ ਜਿਹੜੇ ਖਲੀਫਤੁਲ ਮਸੀਹ ਸਾਲਿਸ, ਉਸ ਟਾਈਮ ਉਹ ਇੰਚਾਰਜ ਸਨ ਜਿਹੜੇ ਉਹ ਤਫਾਲ ਜਾਂ ਖੁਦਾਮਤ, ਜੋ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਬੱਚੇ ਟਾਈਮ ਨਾਲ ਆਏ ਨੇ ਜਿਹੜੇ ਹਲਕਿਆਂ ਵੱਲੋਂ, ਉਹਨਾਂ ਨੂੰ ਜਮਾਤ ਵੱਲੋਂ ਇਹ ਵੇ ਕਿ ਉਹਨਾਂ ਬੱਚਿਆਂ ਨੂੰ ਜਾ ਕੇ ਤੇ ਮਠਿਆਈ ਖਵਾਈ ਜਾਏਗੀ ਜਮਾਤ ਵੱਲੋਂ, ਜਿਹੜੀ ਉਹਨਾਂ ਬੱਚਿਆਂ ਨੂੰ ਇਨਾਮ ਦੇ ਤੌਰ 'ਤੇ। ਮਠਿਆਈ ਬੜੀ ਅੱਛੀ ਸਮਝੀ ਜਾਂਦੀ ਸੀ ਉਸ ਜ਼ਮਾਨੇ ਦੀ। ਉਹ ਕਹਿੰਦੇ ਅਸੀਂ ਉਹਦੇ 'ਚ ਮੈਂ ਵੀ ਸ਼ਾਮਲ ਸਾਂ। ਤੇ ਦਾਰੁਲ ਸਦਰ ਦੇ ਵਿੱਚ ਇੱਕ ਹਲਵਾਈ ਹੁੰਦਾ ਸੀ ਪਿੱਛੇ, ਉਹ ਜਿੱਥੇ ਫੈਜ਼ ਫਲੈਟਸ ਜਾਂ ਕਿੱਥੇ ਕੋਈ ਉਸ ਪਾਸੇ ਨਾ ਕੋਈ ਨੁੱਕਰ 'ਤੇ ਕੋਈ ਹਲਵਾਈ,
ਉੱਥੇ ਅਸੀਂ ਚਲੇ ਗਏ, ਤੁਹਾਡੇ ਵਾਲਦ ਸਾਹਿਬ ਨਾਲ ਇੰਚਾਰਜ ਸਨ ਸਾਡੇ, ਅਤੇ ਉਹ ਬੱਚਿਆਂ ਨੂੰ ਉਹਨਾਂ ਕਿਹਾ ਜੀ, ਉਹਨੂੰ ਕਹਿਣ ਲੱਗੇ ਕਿ ਤੂੰ ਨਾ ਮਠਿਆਈ ਇਹਨਾਂ ਨੂੰ ਬੱਚਿਆਂ ਨੂੰ ਖਿਲਾ ਜਾਂ ਜਲੇਬੀਆਂ ਖਿਲਾ, ਅਤੇ ਉਹਨੇ ਦਿੱਤੀਆਂ, ਅਤੇ ਤੁਹਾਡੇ ਵਾਲਦ ਸਾਹਿਬ ਨਾਲ ਖੜੇ ਇੱਕ ਸਾਈਡ 'ਤੇ ਬੱਚੇ ਖਾ ਰਹੇ ਨੇ। ਅਤੇ ਉਹ ਕਹਿਣ ਲੱਗਾ ਕਿ ਉਹ ਹਲਵਾਈ ਪਰੇਸ਼ਾਨ ਹੈਰਾਨ ਹੋ ਕੇ ਕਹਿਣ ਲੱਗਾ ਵੀ ਤੁਸੀਂ ਕਿਉਂ ਨਹੀਂ ਖਾ ਰਹੇ? ਅਤੇ ਉਹ ਕਹਿਣ ਲੱਗੇ ਜੀ ਤੁਹਾਡੇ ਵਾਲਦ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਮਠਿਆਈ ਖਿਲਾਉਣ ਦਾ ਜਿਹੜਾ ਹੁਕਮ ਹੋਇਆ ਹੈ ਇਹ ਬੱਚਿਆਂ ਵਾਸਤੇ ਹੋਇਆ, ਇਹ ਜਿਹੜੇ ਇੰਚਾਰਜ ਨੇ ਉਹਨਾਂ ਵਾਸਤੇ ਨਹੀਂ ਹੈ। ਅਤੇ ਅਸੀਂ, ਉਹ ਕਹਿੰਦੇ ਮੇਰੇ ਦਿਮਾਗ 'ਚ ਉਸ ਟਾਈਮ ਦੀ ਚੀਜ਼ ਬਹਿ ਗਈ ਹੈ ਕਿ ਉਹ ਜ਼ਮਾਨਾ ਕੈਸਾ ਸੀ ਕਿ ਇੱਕ ਮਠਿਆਈ ਦਾ ਦਾਣਾ ਵੀ ਉਹਨਾਂ ਵਾਸਤੇ ਜਿਹੜਾ ਸੀ ਉਹ ਖਾਣਾ ਨਹੀਂ ਸੀ ਸਮਝਦੇ ਕਿ ਇਹ ਤਾਂ ਬੱਚਿਆਂ ਵਾਸਤੇ ਹੋਇਆ। ਉਹ ਮੈਨੂੰ ਉਹਨਾਂ ਨੇ ਸੁਣਾਇਆ ਅਤੇ ਮੈਂ ਵਾਕਈ ਸੁਣ ਕੇ ਮੈਂ ਆਖਿਆ ਮੈਂ ਪੁੱਛਾਂਗਾ ਭਾਈ ਨੂੰ, ਮੈਨੂੰ ਨਹੀਂ ਯਾਦ ਨਹੀਂ ਤੁਹਾਨੂੰ, ਲੇਕਿਨ ਉਹ ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਲਾਈਵ, ਉਹਨਾਂ ਨੇ ਉਹ ਸੁਣਾ ਕੇ ਮੈਨੂੰ ਦੱਸਿਆ ਕਿ ਇਹ ਜ਼ਮਾਨਾ ਵੀ ਸੀ ਇੱਕ, ਕਿ ਮਤਲਬ ਬੱਚਿਆਂ ਨੂੰ ਹੋਇਆ। ਉਹ ਹੁਣ ਹਲਵਾਈ ਵੀ ਹੈਰਾਨ ਸੀ ਕਿ ਕੀ ਫ਼ਰਕ ਪੈਂਦਾ, ਤੁਸੀਂ ਉਹਨਾਂ ਕਿ ਨਹੀਂ ਇਹ ਬੱਚਿਆਂ ਵਾਸਤੇ ਫੈਸਲਾ ਹੋਇਆ, ਇਹ ਜਿਹੜੇ ਇੰਚਾਰਜ ਉਹਨਾਂ ਵਾਸਤੇ। ਅਤੇ ਉਹ ਤਫਾਲਾਂ ਦੀ ਗੱਲ ਹੋ ਰਹੀ ਸੀ, ਅਤੇ ਮੈਂ ਆਖਿਆ ਚਲੋ ਇਹ ਵਿੱਚ ਨਾਲ ਹੀ। ਬਾਕੀ ਉਹਦੇ ਬਾਅਦ ਫਿਰ ਖੁਦਾਮ ਤੁਸੀਂ ਫਿਰ ਅੰਸਾਰੁੱਲਾ ਦੇ ਦਫ਼ਤਰ 'ਚ ਵੀ ਕਾਫੀ ਸਾਲ ਮੇਰਾ ਖਿਆਲ ਹੈ ਤਜਨੀਦ ਦੇ ਸ਼ੋਬੇ 'ਚ ਕਿਹਦੇ 'ਚ ਰਹੇ, ਜਿਹੜਾ ਦਫ਼ਤਰ ਅੰਸਾਰ ਮਰਕਜ਼ੀ ਤਜਨੀਦ ਦੇ ਵਿੱਚ ਮੇਰੀ ਇਬਤਦਾ ਸੀ। ਅੱਛਾ, ਕਾਇਦ ਤਜਨੀਦ। ਅੱਛਾ, ਠੀਕ ਹੈ। ਅੰਸਾਰੁੱਲਾ ਮਰਕਜ਼ੀ ਵਿੱਚ ਮੈਂ ਪੜ੍ਹਿਆ ਸੀ। ਅੱਛਾ, ਫਿਰ ਤਾਲੀਮ ਦੇ ਸ਼ੋਬੇ 'ਚ ਵੀ ਅੱਛਾ ਥੋੜਾ ਜਿਹਾ ਚਿਰ, ਸਾਲ ਇੱਕ ਮੇਰਾ ਖਿਆਲ ਤਾਲੀਮ ਦਾ ਸ਼ੋਬਾ ਵੀ ਰਿਹਾ, ਤਰਬੀਅਤ ਦਾ ਸ਼ੋਬਾ ਵੀ ਰਿਹਾ। ਉਹ ਬਸ ਇਸ ਤਰ੍ਹਾਂ ਕਰਦੇ ਅੱਲਾਹ ਤਾਲਾ ਨੇ ਤੌਫੀਕ ਦਿੰਦਾ ਰਿਹਾ ਕੰਮ ਕਰਨ ਦੀ ਕਾਲੀ ਦੇ ਨਾਲ ਨਾਲ। ਠੀਕ। ਮੈਂ ਫਿਰ 96 ਵਿੱਚ 60 ਸਾਲ ਦੀ ਉਮਰ ਜਿਹੜੀ ਰਿਟਾਇਰਿੰਗ ਏਜ ਹੁੰਦੀ, ਅੱਛਾ, ਉਹਦੇ ਵਿੱਚ ਮੈਂ ਰਿਟਾਇਰ ਹੋ ਗਿਆ। ਤੇ ਰਿਟਾਇਰ ਹੋਣ ਦੇ ਨਵੰਬਰ 'ਚ ਮੈਂ ਰਿਟਾਇਰ ਹੋਇਆ, ਤੇ ਫਰਵਰੀ 'ਚ 3 ਮਹੀਨੇ ਬਾਅਦ, ਠੀਕ, 96 ਨਵੰਬਰ 'ਚ ਮੈਂ ਰਿਟਾਇਰ ਹੋਇਆ, ਤੇ 97 ਫਰਵਰੀ 'ਚ। ਅੱਛਾ ਅੱਛਾ ਅੱਛਾ। ਉਹ ਮੇਰੀ ਅਪੁਆਇੰਟਮੈਂਟ ਜਿਹੜੀ ਉਹ ਨਾਇਬ ਨਾਜ਼ਰ ਬੈਤੁਲ ਮਾਲ ਦੇ ਆਮਦ ਦੇ ਤੌਰ 'ਤੇ ਹੋ ਗਈ ਸਦਰ ਅੰਜਮਨ 'ਚ। ਠੀਕ। ਲੇਕਿਨ ਉਹ ਵੀ ਉਹ ਇੰਜੀ ਤੁਸੀਂ ਮਤਲਬ ਤੁਹਾਨੂੰ ਕੋਈ ਪਤਾ ਨਹੀਂ, ਤੁਹਾਨੂੰ ਆਟੋਮੈਟਿਕ ਆ ਗਈ, ਪਤਾ ਲੱਗਾ ਵੀ ਤੁਸੀਂ ਰਿਟਾਇਰ ਹੋ ਗਏ, ਆ ਗਈ। ਅੱਛਾ, ਆਪਕੋ ਮੁਕਰਰ ਕੀਤਾ ਜਾਤਾ ਹੈ। ਉਹ ਕਰਵਾਇਆ ਦਰਅਸਲ ਅੰਜਮਨ ਨੂੰ ਸਾਡੇ ਉਸਤਾਦ ਸਨ ਕਾਲਜ ਦੇ, ਰਿਟਾਇਰਡ, ਠੀਕ, ਉਰਦੂ ਸ਼ੋਬੇ ਦੇ ਸਦਰ ਵੀ ਸਨ। ਅੱਛਾ, ਮਹਿਬੂਬ ਆਲਮ ਖਾਲਦ ਸਾਹਿਬ। ਹਾਂ ਹਾਂ, ਸਹੀ। ਉਹਨਾਂ ਦੇ ਬੇਟੇ ਵੀ ਫਿਰ ਕਾਲਜ ਵਿੱਚ ਰਹੇ ਨੇ, ਮੁਨੱਵਰ ਸ਼ਮੀਮ ਖਾਲਦ ਲੈਕਚਰਰ। ਅੱਛਾ। ਤੋ ਮਹਿਬੂਬ ਆਲਮ ਖਾਲਦ ਸਾਹਿਬ ਚੂੰਕਿ ਕਾਲਜ ਤੋਂ ਮੈਨੂੰ ਜਾਣਦੇ ਸੀ। ਅੱਛਾ ਅੱਛਾ। ਤੇ ਉਹਨਾਂ ਨੇ ਵੀ ਮੇਰਾ ਨਾਮ ਰਿਕਮੈਂਡ ਕਰਕੇ ਤੇ ਮੇਰੀ ਅਪੁਆਇੰਟਮੈਂਟ ਸਦਰ ਅੰਜਮਨ 'ਚ ਅੱਛਾ ਕਰਵਾਈ ਸੀ। ਠੀਕ 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 ਠੀਕ। ਨਾਇਬ ਨਾਜ਼ਰ ਦੇ ਤੌਰ 'ਤੇ ਆਪਣੇ ਨਾਲ। ਹਾਂ ਹਾਂ, ਸਹੀ। ਉਹ ਨਾਜ਼ਰ ਸਨ। ਅੱਛਾ। ਨਾਇਬ ਨਾਜ਼ਰ ਦੇ ਤੌਰ 'ਤੇ ਕਰਵਾ ਲਈ ਉੱਥੇ ਅਪੁਆਇੰਟਮੈਂਟ। ਠੀਕ। ਫਿਰ ਮੈਂ 97 'ਚ ਹੀ ਹੋਈ। ਅੱਛਾ। ਮੇਰੀ 96 में रिटायर होया, नवंबर फरवरी 97 ਚ ਮੇਰੀ ਅਪੁਆਇੰਟਮੈਂਟ ਹੋ ਗਈ ਨਾਇਬ ਨਾਜ਼ਰ ਸਦਰ ਅੰਜਮਨ 'ਚ। ਠੀਕ। ਉਹਨਾਂ ਨੇ ਖਾਲਦ ਸਾਹਿਬ ਨੇ ਕਰਵਾਈ। ਠੀਕ ਹੈ। ਨਾਮ ਮੇਰਾ ਰਿਕਮੈਂਡ ਕੀਤਾ, ਮਨਜ਼ੂਰ ਹੋ ਗਿਆ, ਉਹਨਾਂ ਨੇ ਮਨਜ਼ੂਰ ਕਰ ਲਿਆ, ਹਜ਼ੂਰ ਨੇ ਮਨਜ਼ੂਰ ਕਰ ਲਿਆ। ਅੱਛਾ। ਫਿਰ ਮੈਂ 8 ਸਾਲ ਨਾਇਬ ਨਾਜ਼ਰ ਬੈਤੁਲ ਮਾਲ ਦੇ ਤੌਰ 'ਤੇ ਕੰਮ ਕੀਤਾ ਸਦਰ ਅੰਜਮਨ 'ਚ। 2005 'ਚ ਫਿਰ ਮੈਂ ਛੋਟੇ ਬੱਚੇ ਨੂੰ, ਹਾਂਜੀ, ਵਾਈਫ ਮੇਰੀ ਕੈਨੇਡਾ ਆ ਗਏ ਸਨ ਜੀ ਜੀ, ਤੇ ਉਹ ਬੱਚਾ ਜ਼ਿਹਨੀ ਤੌਰ 'ਤੇ ਥੋੜਾ ਜਿਹਾ ਬੈਕਵਰਡ, ਉਹਨੂੰ ਮੈਂ ਛੋੜਨ ਵਾਸਤੇ ਉਹਦੀ ਅੰਮੀ ਕੋਲ। ਅੱਛਾ। ਤੇ ਮੈਂ 4 ਮਹੀਨੇ ਦੀ ਛੁੱਟੀ ਲਈ। ਅੱਛਾ। ਅੰਜਮਨ 'ਚੋਂ। ਠੀਕ। ਮੈਂ ਕੈਨੇਡਾ ਆਇਆ ਅਪ੍ਰੈਲ 2005 'ਚ। ਮੈਂ ਬੱਚੇ ਨੂੰ ਨਾਲ ਲੈ ਕੇ ਤੇ ਕੈਨੇਡਾ ਆ ਗਿਆ। ਹਾਂ, ਉਹਨੂੰ ਇੱਥੇ ਛੋੜਨ ਵਾਸਤੇ। ਬੇਸਿਕਲੀ ਨੀਅਤ ਇਹੀ ਸੀ ਕਿ ਵੀ ਉਹਨੂੰ ਛੱਡ ਕੇ ਤੇ ਵਾਪਸ ਆ ਛੁੱਟੀ ਲੈ ਕੇ ਆਇਆ ਸੀ ਨਾ ਮੈਂ। ਠੀਕ। ਕਿ 4 ਮਹੀਨੇ ਦੇ ਬਾਅਦ ਫਿਰ ਮੈਂ ਵਾਪਸ ਚਲੇ ਜਾਵਾਂਗਾ। ਅੱਛਾ। 2 ਮਹੀਨੇ ਗੁਜ਼ਰੇ ਮੇਰੇ ਇੱਥੇ ਆਉਣ ਦੇ ਬਾਅਦ, ਤੇ ਕੋਈ ਜਲਸਾ ਸਾਲਾਨਾ ਕੈਨੇਡਾ ਆ ਗਿਆ। ਠੀਕ। ਉਹਦੇ ਤੇ ਮੌਜੂਦਾ ਹਜ਼ੂਰ ਕੈਨੇਡਾ ਤਸ਼ਰੀਫ ਲੈ ਗਏ। ਠੀਕ। ਜਲਸੇ ਦੇ ਬਾਅਦ ਸਾਡੀ ਮੁਲਾਕਾਤ ਹੋਈ। ਅੱਛਾ। ਤੇ ਮੁਲਾਕਾਤ ਦੇ ਵਿੱਚ ਦੌਰਾਨ ਹਜ਼ੂਰ ਨੇ ਪੁੱਛਿਆ ਕਿ ਕੀ ਪ੍ਰੋਗਰਾਮ ਹੈ। ਅੱਛਾ। ਠੀਕ। ਮੈਂ ਕਿਹਾ ਜੀ ਤੁਸੀਂ ਮੇਰੀ 4 ਮਹੀਨੇ ਦੀ ਛੁੱਟੀ ਮਨਜ਼ੂਰ ਕੀਤੀ ਸੀ। ਠੀਕ। 2 ਮਹੀਨੇ ਗੁਜ਼ਰ ਗਏ ਨੇ, ਤੇ 2 ਮਹੀਨੇ ਰਹਿੰਦੇ ਨੇ। ਠੀਕ ਹੈ। 2 ਮਹੀਨੇ ਦੇ ਬਾਅਦ ਫਿਰ ਮੈਂ ਵਾਪਸ ਪਹੁੰਚ ਜਾਵਾਂਗਾ। ਠੀਕ। ਆਪਣੀ ਸੀਟ ਤੇ ਜਾ ਕੇ। ਹਾਲਾਂਕਿ ਫੈਮਿਲੀ ਸਾਰੀ ਇੱਥੇ ਕੈਨੇਡਾ ਸੀ ਹੁਣ ਪਿੱਛੇ। ਸਹੀ। ਤੋ
ਬਸ ਅੱਧਾ ਕੁ ਮਿੰਟ ਦੀ ਖਾਮੋਸ਼ੀ ਦੇ ਬਾਅਦ ਫਰਮਾਉਣ ਲੱਗੇ ਕਿ ਨਹੀਂ, ਹੁਣ ਵਾਪਸ ਜਾਣ ਦੀ ਜ਼ਰੂਰਤ ਨਹੀਂ, ਅੱਛਾ ਇੱਥੇ ਰਹੋ ਹੁਣ। ਅੱਛਾ, ਮੈਂ ਬੇਸਿਕਲੀ ਉਹ ਤਾਇਨਾਤੀ ਸੀ ਉਹ ਜਿਹੜਾ ਮੈਂ ਜਦੋਂ ਆਇਆ, ਠੀਕ, ਇਸ ਤੋਂ 2 ਮਹੀਨੇ ਪਹਿਲੇ। ਅੱਛਾ, ਨਸੀਮ ਮਹਿਦੀ ਸਾਹਿਬ ਮੈਨੂੰ ਕਹਿਣ ਲੱਗੇ, ਕਿਉਂਕਿ ਮੈਨੂੰ ਰੱਬਾ ਤਾਂ ਜਾਣਦੇ ਨੇ, ਉਹਦੇ ਵੱਡੇ ਭਾਈ ਮੇਰੇ ਕਲਾਸ ਫੈਲੋ ਸੀ, ਪ੍ਰੋਫੈਸਰ ਪ੍ਰਵਾਸੀ, ਹਾਂਜੀ, ਉਹ ਜਾਣਦੇ ਸੀ, ਠੀਕ। ਮੈਨੂੰ ਕਹਿਣ ਲੱਗੇ ਤੁਹਾਡੇ ਕੋਲ ਅਸੀਂ ਇੱਥੇ ਕੁਝ ਕੰਮ ਲੈਣਾ ਹੈ। ਅੱਛਾ, ਮੈਂ ਕਿਹਾ ਵੀ ਮੈਂ ਇੱਥੇ ਕੰਮ ਨਹੀਂ ਕਰ ਸਕਦਾ, ਮੈਂ ਤੇ ਛੁੱਟੀ ਲੈ ਕੇ ਆਇਆ, ਹਾਂਜੀ, ਤੇ ਛੁੱਟੀ ਖਤਮ ਹੋ ਗਈ ਤੇ ਮੈਂ ਵਾਪਸ ਚਲੇ ਜਾਣਾ। ਠੀਕ, ਖਾਮੋਸ਼ ਹੋ ਗਏ। ਫਿਰ ਜਦੋਂ ਜਲਸੇ ਦੇ ਮੌਕੇ ਤੇ ਹਜ਼ੂਰ ਦੇ ਮੁਲਾਕਾਤ ਹੋਈ, ਹਜ਼ੂਰ ਨੇ ਫਰਮਾਇਆ ਕਿ ਹੁਣ ਜਾਣ ਦੀ ਜ਼ਰੂਰਤ ਨਹੀਂ, ਇੱਥੇ ਹੀ ਰਹੋ। ਫਿਰ ਮੈਂ ਨਸੀਮ ਮਹਿਦੀ ਸਾਹਿਬ ਨੂੰ ਦੱਸਿਆ। ਅੱਛਾ, ਮੈਂ ਕਿਹਾ ਵੀ ਹੁਣ ਹਜ਼ੂਰ ਨੇ ਮੈਨੂੰ ਇੱਥੇ ਰਹਿਣ ਦੀ ਨਾ ਸਿਰਫ ਇਜਾਜ਼ਤ ਬਲਕਿ ਇੱਕ ਕਿਸਮ ਦਾ ਅੰਦਾਜ਼, ਹੁਕਮ ਦਾ ਅੰਦਾਜ਼ ਸੀ ਕਿ ਹੁਣ ਇੱਥੇ ਰਹੋ, ਜਾਣ ਦੀ ਜ਼ਰੂਰਤ ਨਹੀਂ। ਅੱਛਾ ਅੱਛਾ, ਤੇ ਹੁਣ ਮੈਂ ਇੱਥੇ ਹੀ ਹਾਂ, ਹੁਣ ਅਗਰ ਕੋਈ ਮੇਰੇ ਲਈ ਖਿਦਮਤ ਹੈ ਤੇ ਮੈਂ ਹਾਜ਼ਰ ਹਾਂ। ਠੀਕ, ਕਹਿਣ ਲੱਗੇ ਅੱਛਾ। ਅਗਲੇ ਦਿਨ ਹੀ ਮੈਨੂੰ ਫੋਨ ਆ ਗਿਆ ਘਰ। ਅੱਛਾ, ਪ੍ਰਿੰਸੀਪਲ ਜਾਮਿਆ ਅਹਿਮਦੀਆ ਕੈਨੇਡਾ ਦਾ, ਠੀਕ, ਮੁਬਾਰਕ ਨਜ਼ੀਰ ਸਾਹਿਬ। ਹਾਂਜੀ ਹਾਂਜੀ, ਕਿ ਜੀ ਤੁਸੀਂ ਕੱਲ ਤੋਂ ਜਾਮਿਆ ਆ ਜਾਓ। ਕੱਲ ਤੋਂ? ਕੱਲ ਤੋਂ। ਉਦੋਂ ਪੀਸ ਵਿਲੇਜ ਵਿੱਚ ਰਿਹਾਇਸ਼ ਸੀ, ਸਮਝ ਕਿ ਫੌਜੀਆਂ ਦੇ ਕੋਲ। ਹਾਂਜੀ ਹਾਂਜੀ, ਤੇ ਪੀਸ ਵਿਲੇਜ ਚੋਂ ਬੱਸ ਜਾਂਦੀ ਸੀ, ਹਾਂਜੀ, ਉਹਦੇ ਵਿੱਚ ਜਾਮਿਆ ਦੇ ਤਲਬਾ ਜਿਹੜੇ ਨੇ ਜੀ ਜੀ ਉਹ ਬੈਠ ਕੇ ਜਾਂਦੇ ਸੀ। ਅੱਛਾ ਅੱਛਾ, ਤੇ ਸਟਾਫ ਜਿਨ੍ਹਾਂ ਨੂੰ ਕਾਰਾਂ ਮਿਲੀਆਂ ਸਨ ਉਹ ਕਾਰਾਂ ਤੇ ਚਲੇ ਜਾਂਦੇ ਸੀ, ਠੀਕ, ਜਿਹੜੇ ਜਿਨ੍ਹਾਂ ਕੋਲ ਨਹੀਂ ਸੀ ਉਹ ਬੱਸ ਵਿੱਚ ਜਾਂਦੇ ਸੀ। ਚੁਣਾਂਚੇ ਮੈਂ ਨੈਕਸਟ ਡੇ ਤੋਂ ਮੈਂ ਬੱਸ ਵਿੱਚ ਬਹਿ ਕੇ ਲੜਕਿਆਂ ਦੇ ਨਾਲ ਤੇ ਜਾਮਿਆ ਜਾਣਾ ਸ਼ੁਰੂ ਕਰ ਦਿੱਤਾ। ਉਹ ਦਿਨ ਤੇ ਅੱਜ ਦਾ ਦਿਨ ਉਹ ਜਾਮਿਆ ਚੱਲ ਰਿਹਾ 2005 ਤੋਂ ਲੈ ਕੇ ਜੀ ਤੇ ਹੁਣ ਤੱਕ ਜਾਮਿਆ 20 ਸਾਲ ਹੋ ਗਏ ਨੇ। ਇਸ ਤਰ੍ਹਾਂ ਕਰਕੇ 34 ਸਾਲ ਮੈਂ TI ਕਾਲਜ ਰੰਬਾ 'ਚ ਪੜ੍ਹਾਇਆ ਜੀ, ਔਰ 20 ਸਾਲ ਇੱਥੇ ਹੋ ਗਏ ਨੇ ਹੁਣ। 54 20 ਤੇ 34 54 ਸਾਲ ਜਮਾਤੀ ਜਿਹੜੇ ਇਦਾਰੇ ਨੇ ਉਹਨਾਂ ਦੇ, ਠੀਕ, ਰਾਈਟ।